नहीं को नहीं शुक्र अल्लाह का अपना माल है सारा सामने जो कुछ भी। वालेकुम वसीम भाई। सलाम। वसीम भाई की हाल है? तबीयत से ठीक है ਤੁਹਾਡੀ? ਹਾਂਜੀ ਅਲਹਮਦੁਲਿਲਾ। ਇਹ ਜਿਹੜਾ ਸਾਰਾ ਮਾਲ ਹੈ ਭੇਡ ਬੱਕੜੀਆਂ ਦਾ ਇਹ ਤੁਹਾਡਾ ਆਪਣਾ ਹੈ? ਹਾਂਜੀ ਸਾਡਾ ਆਪਣਾ ਹੈ ਜੀ। ਤੇ ਇਹ ਤੁਸੀਂ ਕੰਮ ਕਿੰਨੇ ਤੋਂ ਸ਼ੁਰੂ ਕੀਤਾ ਸੀ? ਮੈਂ ਛੋਟਾ ਹੀ ਸਾਂ ਉਦੋਂ ਦਾ ਸ਼ੁਰੂ ਕੀਤਾ ਕੰਮ ਜੀ। ਤੇ ਕਿੰਨੀਆਂ ਭੇਡਾਂ ਤੋਂ ਤੁਸੀਂ ਸ਼ੁਰੂ ਕੀਤਾ ਸੀ? ਅਸੀਂ 3-4 ਘਰ ਅਸੀਂ 10-10 ਰੱਖੀਆਂ ਸੀ ਜੀ। ਉਹ ਸੂ ਕੇ ਮਾਸ਼ਾਅੱਲਾ ਸਾਡੇ ਕੋਲ ਵੇਖ ਲਓ 300-400 ਭਰ ਹੋ ਗਿਆ। 300-400 ਭੇਡਾਂ ਤੁਹਾਡੇ ਕੋਲ ਹੋ ਗਈਆਂ ਨੇ ਇਸ ਹਾਂਜੀ ਟਾਈਮ? ਸ਼ੁਕਰ ਅੱਲਾਹ ਦਾ, ਬੜਾ ਅੱਲਾਹ ਦਾ ਸ਼ਾਨ ਹੈ ਜੀ। ਚਲੋ ਸ਼ੁਕਰ ਹੈ ਅੱਲਾ ਦਾ। ਤੇ ਇਹ ਇੱਕ ਜਿਹੜਾ ਭੇਡ ਦਾ ਬੱਚਾ ਹੁੰਦਾ ਹੈ ਇਹ ਜਵਾਨ ਹੋਣ ਵਾਸਤੇ ਕਿੰਨਾ ਦੌਰਾਨੀਆਂ ਨੂੰ ਚਾਹੀਦਾ ਹੈ? ਜੀ ਇਹ ਸਾਲ ਲੱਗ ਜਾਂਦਾ ਜੀ। ਸਾਲ ਦੇ ਵਿੱਚ ਫੁੱਲ ਕੁਰਬਾਨੀ ਦੇ ਲਾਇਕ ਹੋ ਜਾਂਦਾ ਹੈ? ਫੁੱਲ ਹੋ ਜਾਂਦਾ, ਕੁਰਬਾਨੀ ਤੇ ਤਿਆਰ ਹੋ ਜਾਂਦਾ ਜੀ। ਚਲੋ ਸਹੀ ਹੈ। ਤੇ ਇਹਨਾਂ ਨੂੰ ਤੁਸੀਂ ਕੀ ਚਾਰਾ ਵਗੈਰਾ ਡਾਲਦੇ ਜੀ? ਅਸੀਂ ਇਹਨਾਂ ਨੂੰ ਬਾਹਰ ਜ਼ਮੀਨਾਂ 'ਚ ਲੈ ਆਈਗਾ ਜੀ। ਜਿਹੜੀ ਮਾੜੀ ਹੁੰਦੀ ਉਹਨੂੰ ਘਰ ਦਾਣਾ ਦੂਣਾ ਪਾ ਲਈਦਾ ਜੀ। ਇਹਦਾ ਮਤਲਬ ਸਵੇਰ ਤੋਂ ਨਿਕਲਦੇ ਤੇ ਸ਼ਾਮ ਨੂੰ ਜ਼ਮੀਨਾਂ 'ਚ ਸ਼ਾਮ ਤੱਕ ਜ਼ਮੀਨਾਂ 'ਚ ਸ਼ਾਮ ਤੱਕ ਬਾਹਰ ਅਸੀਂ ਚਰਾਣੇ ਆ। ਜੀ। ਸਵੇਰ ਅਸੀਂ 10 ਵਜੇ ਛੱਡ ਲੈਨੇ ਆ। ਜੀ। ਸ਼ਾਮ 6 ਵਜੇ ਘਰ ਲੈ ਜਾਈਦੀਆਂ। ਠੀਕ ਹੈ। ਸਾਰੀ ਦਿਹਾੜੀ ਬਾਹਰ ਹੀ ਰਹਿੰਦੀਆਂ ਨੇ। ਜੀ। ਤੇ ਜਿਹੜੀ ਘਰ ਨੂੰ ਸ਼ਾਮ ਨੂੰ ਲੈ ਜਾਣਾ 6 ਵਜੇ ਜੀ। ਜਿਹੜੀ ਸੂਈ ਹੁੰਦੀ 2 ਬੱਚੇ ਹੁੰਦੇ ਨੇ ਜਿੰਦੇ ਪਿੱਛੇ ਉਹਨੂੰ ਦਾਣਾ ਪਾ ਦੀਗਾ, ਪੱਠੇ ਪੁੱਠੇ ਪਾ ਦੀਗੇ। ਜੀ। ਬਾਕੀ ਡੰਗਰ ਬਾਹਰ ਹੀ ਚਰ ਕੇ ਆਂਦੇ ਨੇ, ਤੁਹਾਡੇ ਸਾਹਮਣੇ ਨੇ, ਤੁਸੀਂ ਕੈਮਰਾ ਹਾਂ ਬਿਲਕੁਲ ਜੀ ਮਾਸ਼ਾਅੱਲਾ। ਤੇ ਇਹ ਜਿਹੜਾ ਕੋਈ ਭੇਡ ਵਿੱਚੋਂ ਬਿਮਾਰ ਹੋ ਜਾਵੇ ਉਹਦਾ ਫਿਰ ਇਲਾਜ ਤੁਸੀਂ ਖੁਦ ਹੀ ਕਰਦੇ ਹੋ? ਹਾਂਜੀ ਉਹਦਾ ਖੁਦ ਹੀ ਇਲਾਜ ਕਰੀਗਾ। ਕਦੀ ਕਦੀ ਡਾਕਟਰ ਆ ਜਾਂਦੇ ਨੇ ਹਿਫਾਜ਼ਤੀ ਟੀਕੇ ਲਾਉਣ। ਹਿਫਾਜ਼ਤੀ ਟੀਕੇ ਲਗਾਉਣ ਵਾਸਤੇ? ਲੇਕਿਨ ਅਸੀਂ ਕਦੀ ਲਵਾਉਣੇ ਕਦੀ ਨਹੀਂ ਲਵਾਉਂਦੇ ਜੀ। ਫਿਰ ਅਸੀਂ ਭਾਈ ਫਿਰ ਆਪ ਲਿਆ ਕੇ ਲਾ ਲਈਏ। ਜਿਹੜਾ ਡੰਗਰ ਬਿਮਾਰ ਹੁੰਦਾ ਅਸੀਂ ਟੀਕੇ ਲਿਆ ਕੇ ਆਪ ਖੁਦ ਲਾ ਲਈਗਾ। ਸ਼ੁਕਰ ਅੱਲਾਹ ਦਾ। ਇਹਦਾ ਮਤਲਬ ਕਿ ਤੁਸੀਂ ਡਾਕਟਰ ਵੀ ਖੁਦ ਹੀ ਬਣੇ ਹੋਏ ਹੋ? ਖੁਦ ਹੀ ਸ਼ੁਕਰ ਅੱਲਾਹ ਆਪ ਹੀ ਟੀਕਾ ਲਾ ਲਈਗਾ, ਸਾਰਾ ਕੁਝ ਕਰ ਲਈ। ਜੀ ਜੀ ਬਿਲਕੁਲ ਸਹੀ ਬਾਤ ਹੈ। ਤੇ ਇੱਕ ਭੇਡ ਕਿੰਨੇ ਅਰਸੇ ਬਾਅਦ ਸੁੰਦੀ ਹੈ? ਇਹ 6 ਮਹੀਨਿਆਂ ਬਾਅਦ ਸੁੰਦੀ। 6 ਮਹੀਨਿਆਂ ਬਾਅਦ ਇੱਕ ਭੇਡ 6 ਸੁੰਦੀ ਮਹੀਨੇ ਹੈ? ਦੇ ਵਿੱਚ ਬੱਚਾ ਦੁੱਧ ਪੀਂਦਾ ਜਿਲੇ ਸੁੰਦੀ ਹੈ ਜੀ। 2 ਮਹੀਨਿਆਂ ਬਾਅਦ ਲੱਗ ਜਾਂਦੀ ਹੈ। 2 ਮਹੀਨਿਆਂ ਬਾਅਦ ਲੱਗ ਹਰ ਜਾਂਦੀ ਹੈ? ਭਰਾਈ ਭੇਡ ਜਿਹੜੀ ਹੁੰਦੀ 2 ਮਹੀਨਿਆਂ ਬਾਅਦ ਲੱਗ ਜਾਂਦੀ ਹੈ। ਜੀ। ਉਹ ਫਿਰ ਅਗਾ ਦੂਜੇ ਬੱਚੇ ਦੇ ਨਾਲ ਦੂਸਰਾ ਵੀ ਪੈਦਾ ਹੋ ਜਾਂਦਾ। ਜੀ। ਤੇ ਇਹ ਜਦੋਂ ਈਦ ਦੇ ਦਿਨ ਆਉਂਦੇ ਨੇ ਜਿਹਨੂੰ ਆਪਾਂ ਵੱਡੀ ਈਦ ਕਹਿੰਦੇ ਕੁਰਬਾਨੀ ਦੇ ਦਿਨ, ਉਦੋਂ ਤੁਸੀਂ ਆਪਦਾ ਮਾਲ ਵੇਚਦੇ ਵੀ ਹੋ ਵਿੱਚੋਂ? ਹਾਂਜੀ ਵੇਚੀਗਾ ਵੀ ਅਸੀਂ ਵਿੱਚੋਂ। ਅਸੀਂ ਕੁਰਬਾਨੀ ਤੋਂ ਬਾਅਦ ਨਿੱਕੀ ਈਦ ਤੋਂ ਬਾਅਦ ਜੀ ਅਸੀਂ ਵੱਖਰੇ ਕਰ ਲਈਏ ਛਤਰੇ ਕਿ ਜਿਹੜੇ ਤੁਸੀਂ ਵੇਚਣੇ ਹੁੰਦੇ ਜਿਹੜੇ ਨੇ? ਛਤਰੇ ਵੇਚਣੇ ਇਹਨਾਂ ਦੇ ਬੱਚੇ ਹੀ ਹੁੰਦੇ ਨੇ। ਜੀ ਜੀ ਵੇਚ ਕੇ ਅਸੀਂ ਕੁਰਬਾਨੀ ਨੂੰ ਬਾਹਰ ਕੱਢ ਲਈਏ। ਜੀ। ਕੁਰਬਾਨੀ ਦੇ ਨੇੜੇ ਕੱਢ ਕੇ ਉਹਨਾਂ ਨੂੰ ਦਾਣਾ ਦੂਣਾ ਪਾਈਗਾ, ਜੀ ਸਾਂਭ ਕੇ ਤੇ ਰੀਝ ਨਾ ਵੇਚੀਏ। ਜੀ ਜੀ। ਤੇ ਉਹ ਇੱਕ ਕਿੰਨੇ ਕੁ ਦਾ ਵਿਕ ਜਾਂਦਾ? ਇੱਕ 1.5-2 ਸਾਲ ਦਾ ਹੋਵੇ ਜਾਂ ਸਾਲ ਦਾ ਹੋਵੇ? ਤੁਸੀਂ ਦੱਸਿਆ ਕਿ ਸਾਲ ਬਾਅਦ ਤਿਆਰ ਹੋ ਜਾਂਦਾ ਹੈ, ਤੇ ਉਹਦੀ ਕਿੰਨੀ ਕੁ ਕੀਮਤ ਹੁੰਦੀ ਹੈ? ਕੀਮਤ ਕੋਈ 25 ਦਾ, ਕੋਈ 30 ਦਾ, ਕੋਈ 20 ਦਾ। ਜੀ। ਜਿਵੇਂ ਦਾ ਸਾਈਜ਼ ਉਵੇਂ ਦਾ ਮੁੱਲ ਹੁੰਦਾ ਜੀ। ਤੇ ਕੋਈ ਇਹ 40 ਦਾ 45 ਦਾ ਵੀ ਵਿਕ ਜਾਂਦਾ। ਜੀ ਬਿਲਕੁਲ। ਪੈਗੰਬਰਾਂ ਦਾ ਪੇਸ਼ਾ ਹੈ ਇਹ ਭੇਡ ਬੱਕੜੀਆਂ ਵਾਲਾ। ਤੇ ਜਦੋਂ ਤੁਸੀਂ ਇਹ ਸੇਲ ਕਰ ਦਿੰਦੇ ਹੋ ਕੁਰਬਾਨੀ ਵਾਸਤੇ, ਤੁਹਾਨੂੰ ਕੀ ਮਹਿਸੂਸ ਹੁੰਦਾ? ਕੋਈ ਕਮੀ ਮਹਿਸੂਸ ਹੁੰਦੀ? ਸਾਨੂੰ ਕੋਈ ਕਮੀ ਨਹੀਂ ਮਹਿਸੂਸ ਹੁੰਦੀ। ਅਸੀਂ ਜਦੋਂ ਸਾਡਾ ਦਿਲ ਕਰੇ ਅਸੀਂ ਵੇਚ ਲਈਗਾ ਜੀ। ਜ਼ਰੂਰਤ ਆਪਦੀ ਪੂਰੀ ਕਰ ਲਈਗੀ? ਜ਼ਰੂਰਤ ਪੂਰੀ ਕਰ ਲਈ, ਕੋਈ ਪਰੇਸ਼ਾਨੀ ਨਹੀਂ ਹੁੰਦੀ ਸਾਨੂੰ ਜੀ। ਜਦੋਂ ਸਾਡਾ ਦਿਲ ਕਰੇ ਸ਼ਾਦੀ ਸ਼ੁਦੀ ਹੋਵੇ ਉਦੋਂ ਹੀ ਵੇਚ ਲਈਏ, ਕੋਈ ਪਰੇਸ਼ਾਨੀ ਨਹੀਂ ਜੀ। ਇਹ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਨ੍ਹਾਂ ਬੱਕਰੀਆਂ ਰੱਖੀਆਂ ਹੋਈਆਂ ਨੇ? ਅਸੀਂ ਇਹ ਚਾਹੁੰਦੇ ਆ ਕਿ ਕਿਹੜੇ ਗਰੀਬ ਘਰ ਨੇ ਵੀ ਜਿਹੜੇ ਸ਼ੌਂਕ ਕਰਨਾ ਚਾਹੁੰਦੇ ਨੇ ਜੀ। ਉਹ ਵੀ ਰੱਖਣ। ਇਹਨਾਂ 'ਚ ਬਹੁਤ ਫਾਇਦਾ ਹੈਗਾ ਜੀ। ਬਹੁਤ ਇਹਨਾਂ 'ਚ ਮਾਸ਼ਾਅੱਲਾ ਕੀਮਤ ਆਂਦੀ ਹੈ ਜੀ। ਜੇ ਕੋਈ ਸੰਭਾਲੇ ਤਾਂ। ਜੀ ਬਿਲਕੁਲ। ਇਹ ਤਾਂ ਨਹੀਂ ਨਾ ਵੀ ਘਰ ਖਲੀਆਂ ਰਹਿਣ ਤੇ ਭੁੱਖੀਆਂ ਮਰਦੀਆਂ ਹਾਂ ਰਹਿਣ। ਨਹੀਂ ਬਿਲਕੁਲ। ਸੇਵਾ ਦਾ ਹੀ ਮੇਵਾ। ਪੂਰਾ ਸਾਰਾ ਦਿਨ ਇਹਨਾਂ ਦੇ ਨਾਲ ਹੀ ਰਹਿਣਾ? ਸਾਰਾ ਦਿਨ ਅਸੀਂ ਚਰਾਣੇ ਆ ਇਹਨਾਂ ਨੂੰ। ਜੀ। ਇਹਨਾਂ ਦੇ ਪਿੱਛੇ ਰਹਿੰਦੇ ਆ। ਜੀ। ਜ਼ਿਮੀਂਦਾਰਾਂ ਦੇ ਇੰਜ ਵੀ ਪੈਲੀਆਂ 'ਚ ਬਾਹਰ ਛੱਡੀ ਗਈਆਂ, ਜੀ। ਫਿਰ ਇਹਨਾਂ ਨੂੰ ਚਰਾ ਕੇ ਘਰ ਲੈ ਜੀ। ਠੀਕ ਹੈ, ਬਹੁਤ ਸ਼ੁਕਰੀਆ ਵਸੀਮ ਭਾਈ। ਅੱਲਾ ਹਾਫਿਜ਼। ਓਕੇ।